ਸਤਿ ਸ਼੍ਰੀ ਅਕਾਲ ਜੀ। ਗੱਲ ਕਰਾਂਗੇ ਸੁਪਰੀਮ ਕੋਰਟ ਦੇ ਉਸ ਫੈਸਲੇ ਦੀ ਜਿਸ ਨੂੰ ਫਿਲਹਾਲ ਦੇ ਲਈ ਜਿਹੜਾ ਹੈ ਵੱਡਾ ਫੈਸਲਾ ਮੰਨਿਆ ਜਾ ਰਿਹਾ ਕਿਉਂਕਿ ਉਸ ਦੇ ਵਿੱਚ ਜਿਹੜੀ ਦਫਾ 33 ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਇਹ ਜਿਹੜੀ ਦਫਾ 33 ਯਾਨੀ 33 ਇਹ ਹੈ ਕੀ ਹੈ, ਕਿਉਂ ਇਸ ਨੂੰ ਰੱਦ ਕੀਤਾ ਗਿਆ, ਕਿਹੜੇ ਇਹਦੇ ਵਿੱਚ ਉਹ ਨੁਕਤੇ ਸੀਗੇ ਜਿਨ੍ਹਾਂ ਦੇ ਕਰਕੇ ਸੁਪਰੀਮ ਕੋਰਟ ਨੂੰ ਇਸ ਨੂੰ ਰੱਦ ਕਰਨਾ ਪਿਆ। ਇਸ ਤੇ ਸਾਡੇ ਨਾਲ ਮੰਨੇ ਪਰਮੰਨੇ ਵਕੀਲ ਬ੍ਰਿਜਮੋਹਨ ਜੀ ਜੁੜੇ ਹੋਏ ਨੇ। ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰਕਾਰ ਦਫਾ 33 ਹੈ ਕੀ ਹੈ। ਬ੍ਰਿਜਮੋਹਨ ਜੀ, ਬੜਾ ਜ਼ਿਆਦਾ ਇਹਦਾ ਰੌਲਾ ਪਿਆ ਵੀ ਇਹ ਜਿਹੜੀ ਦਫਾ 33 ਹੈ ਇਹ ਸੁਪਰੀਮ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਗਈ। ਰੱਦ ਕਰਨ ਦੀ ਗੱਲ ਤਾਂ ਇੱਕ, ਇਹਦਾ ਰੌਲਾ ਇੰਨਾ ਜ਼ਿਆਦਾ ਪੈ ਗਿਆ, ਇਹਦੇ ਬਾਰੇ ਥੋੜਾ ਸਮਝਾਓ, ਹੈ ਕੀ ਹੈ ਦਫਾ 33, ਕੀ ਨੁਕਤੇ ਹੈ ਇਹਦੇ ਵਿੱਚ? ਬਿਲਕੁਲ ਜੀ। ਮੈਂ ਪਹਿਲਾਂ ਤੁਹਾਡੇ ਸਰੋਤਿਆਂ ਨੂੰ ਇਹਦੇ ਪਿਛੋਕੜ 'ਚ ਲੈ ਕੇ ਜਾਂਦਾ। 1994 ਵਿੱਚ ਆਪਣਾ ਕੁਬੈਕ ਦਾ ਇੱਕ ਬਹੁਤ ਹੀ ਪ੍ਰਚਲਿਤ ਕੇਸ ਹੋਇਆ ਸੀ, ਡਿਵੋਲਟ। ਉਸ ਕੇਸ ਵਿੱਚ ਸੁਪਰੀਮ ਕੋਰਟ ਨੇ ਇਹ ਆਖਿਆ ਸੀਗਾ ਕਿ ਵੀ ਜੇ ਕੋਈ ਬੰਦਾ ਸ਼ਰਾਬ ਦਾ ਸੇਵਨ ਇੰਨੀ ਜ਼ਿਆਦਾ ਮਾਤਰਾ 'ਚ ਕਰਦਾ ਹੈ ਕਿ ਵੀ ਉਹਦਾ ਜਿਹੜਾ ਸਰੀਰ ਹੈ ਉਹਦੇ ਦਿਮਾਗ ਦੇ ਕੰਟਰੋਲ 'ਚ ਨਹੀਂ ਰਹਿੰਦਾ। ਸਰੀਰ ਉਹਦਾ ਹਿਲ ਰਿਹਾ ਪਰ ਉਹਦਾ ਜਿਹੜਾ ਦਿਮਾਗੀ ਹੈ ਉਹਨੂੰ ਜਿਹੜੇ ਕੰਟਰੋਲ ਸੈਂਸਿਸ ਆ ਉਹ ਨਹੀਂ ਭੇਜ ਰਿਹਾ, ਤਾਂ ਜਿਹੜੀ ਉਹਦੀ ਇੰਟੈਂਸ਼ਨ ਆ, ਉਹਦਾ ਇਰਾਦਾ, ਜਿਹੜੀ ਇੱਛਾ, ਉਹ ਜ਼ਾਹਰ ਨਹੀਂ ਕਰ ਸਕਦਾ। ਸੋ ਉਸ ਕੇਸ ਵਿੱਚ ਹੋਇਆ ਇਹ ਸੀਗਾ ਕਿ ਵੀ ਜਿਹੜੇ ਬੰਦੇ ਦੇ ਦੋਸ਼ ਲੱਗੇ ਸੀ ਉਸ ਨੇ ਇੱਕ ਡਿਸੇਬਲ ਲੇਡੀ ਸੀਗੀ ਵੀਲ ਚੇਅਰ 'ਚ, ਪਹਿਲਾਂ ਤਾਂ ਉਹਨੂੰ ਧੱਕਾ ਦੇ ਕੇ ਬਾਹਰ ਸੁੱਟਿਆ, ਫਿਰ ਉਸ ਤੋਂ ਬਾਅਦ ਉਹਦਾ ਬਲਾਤਕਾਰ ਕੀਤਾ ਜੀ। ਉਸ ਕੇਸ ਵਿੱਚ ਸੁਪਰੀਮ ਕੋਰਟ ਨੇ ਇਸ ਦੋਸ਼ੀ ਨੂੰ ਜਾਨ ਦਿੱਤਾ। ਆਪਣੀ ਫੈਡਰਲ ਸਰਕਾਰ ਉਸ ਵੇਲੇ ਦੀ ਬਹੁਤ ਇਸ ਤੋਂ ਨਾਰਾਜ਼ ਹੋਈ, ਨਾਖੁਸ਼ ਹੋਈ। ਉਹਨਾਂ ਨੇ ਦਫਾ 33 ਡਰਾਫਟ ਕੀਤੀ, ਕਾਨੂੰਨ ਬਣਿਆ। ਦਫਾ 33 ਮੁਤਾਬਿਕ ਇਹ ਸੀਗਾ ਕਿ ਵੀ ਜੇ ਤੁਸੀਂ ਸ਼ਰਾਬ ਪੀ ਕੇ ਕੋਈ ਗਲਤ ਹਰਕਤ ਕਰਦੇ ਹੋ, ਕੋਈ ਕ੍ਰਿਮੀਨਲ ਐਕਟੀਵਿਟੀ ਗਤੀਵਿਧੀ 'ਚ ਇਨਵੋਲਵ ਹੁੰਦੇ ਹੋ, ਤਾਂ ਤੁਸੀਂ ਲੇਟਰ ਔਨ ਡਾਊਨ ਦਾ ਰੋਡ ਕੋਰਟ 'ਚ ਆ ਕੇ ਇਹ ਨਹੀਂ ਕਹਿ ਸਕਦੇ ਦੰਦੀਆਂ ਕੱਢ ਕੇ ਜੀ ਮੈਂ ਤਾਂ ਸ਼ਰਾਬ ਪੀਤੀ ਹੋਈ ਸੀ, ਮੈਨੂੰ ਤਾਂ ਪਤਾ ਹੀ ਨਹੀਂ ਸੀਗਾ। ਹਾਂਜੀ। ਸੋ ਹੁਣ ਸੁਪਰੀਮ ਕੋਰਟ ਨੇ ਉਹਨਾਂ ਨੇ ਇਹ ਜਿਹੜਾ ਸੀਗਾ ਸੈਕਸ਼ਨ 33 ਉਹ ਰੱਦ ਕਰ ਦਿੱਤਾ। ਉਹਨਾਂ ਨੇ ਬੇਸਿਕਲੀ ਉਹਦੇ ਦੋ ਰੀਜ਼ਨ ਦੱਸੇ ਹੈ। ਨੰਬਰ 1, ਉਹਨਾਂ ਨੇ ਇਹ ਕਿਹਾ ਵੀ ਜੇ ਕੋਈ ਬੰਦਾ ਸ਼ਰਾਬ ਦਾ ਸੇਵਨ ਕਰਦਾ ਜਾਂ ਡਰੱਗਸ ਵਗੈਰਾ ਲੈਂਦਾ ਤਾਂ ਇਹ ਨਹੀਂ ਵੀ ਉਹਦੀ ਇੰਟੈਂਸ਼ਨ ਇਹ ਹੈ ਵੀ ਕਿਸੇ ਦਾ ਕੋਈ ਨੁਕਸਾਨ ਕਰਨਾ ਜਾਂ ਕਿਸੇ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਹੋਣਾ। ਦੈਟਸ ਨੰਬਰ 1। ਦੂਜਾ, ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਬੰਦਾ ਸ਼ਰਾਬ ਪੀਂਦਾ ਤਾਂ ਸਿਰਫ ਉਹਦੀ ਜਿਹੜੀ ਸ਼ਰਾਬ ਪੀਣ ਵਾਲੀ ਐਕਟੀਵਿਟੀ ਹੈ ਉਹਦੇ ਬੇਸ 'ਤੇ ਹੀ ਉਹਨੂੰ ਉਹਦੇ ਉੱਪਰ ਉਹਨੂੰ ਗਿਲਟੀ ਕਰਾਰ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਜਿਹੜਾ ਆਪਣਾ ਹੈਗਾ ਕ੍ਰਿਮੀਨਲ ਕੋਡ ਦੀ ਜਿਹੜੀਆਂ ਦੋ ਚੀਜ਼ਾਂ ਵੀ ਬੰਦੇ ਨੇ ਗਲਤ ਕਾਰਾ ਕੀਤਾ ਅਤੇ ਉਹਦਾ ਗਲਤ ਕਾਰਾ ਕਰਨ ਦਾ ਇਰਾਦਾ ਸੀਗਾ ਵੀ ਇਹ ਜਿਹੜੀ ਸੈਕੰਡ ਪਾਰਟ ਹੈ ਇੰਟੈਂਸ਼ਨ, ਇਹ ਜਿਹੜੀ ਕੋਰਟ ਕਚਹਿਰੀ 'ਚ ਪ੍ਰੂਵ ਕਰਨੀ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਗੌਰਮੈਂਟ ਨੇ ਜਿਹੜਾ ਸੈਕਸ਼ਨ 33 ਡਰਾਫਟ ਕੀਤਾ ਸੀਗਾ ਉਹ ਉਹਨਾਂ ਨੇ ਸਾਰੇ ਹੀ ਬੰਦਿਆਂ ਨੂੰ ਪੇਂਟ ਵਿਦ ਦਾ ਸੇਮ ਬਰੱਸ਼ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਹੈਗਾ ਸੈਕਸ਼ਨ 33 ਉਹਨਾਂ ਨੇ ਰੱਦ ਕਰ ਦਿੱਤਾ ਅਤੇ ਸਰਕਾਰ ਨੂੰ ਆਖਿਆ ਕਿ ਵੀ ਉਹ ਕਾਨੂੰਨ ਵਿੱਚ ਸੋਧ ਕਰਨ ਜੀ। ਸੋ ਕਿਸ ਤਰ੍ਹਾਂ ਦੀ ਜਿਹੜੀ ਸੋਧ ਹੈ, ਸਪੈਸ਼ਲੀ ਉਹਦੀ ਬ੍ਰਿਜਮੋਹਨ ਜੀ ਗੱਲ ਕੀਤੀ ਜਾ ਰਹੀ ਹੈ। ਹੁਣ ਸੋਧਾਂ ਜਿਹੜੀਆਂ ਉਹ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਕੀ ਉਹਦੀ ਕੋਈ ਸਪੈਸੀਫਿਕ ਕੋਈ ਲਿਸਟ ਉਹਦੀ ਜਾਰੀ ਕੀਤੀ ਗਈ ਜਾਂ ਇੱਦਾਂ ਦੀ ਕੋਈ ਗੱਲ ਕਹੀ ਗਈ ਜਿਹਦੇ 'ਤੇ ਗਵਰਨਮੈਂਟ ਜਿਹੜਾ ਉਹ ਖਿਆਲ ਰੱਖੇਗੀ ਅਤੇ ਸੋਧਾਂ ਹੋ ਸਕਦੀਆਂ ਨੇ, ਐਂਡ ਉਹਨਾਂ ਸੋਧਾਂ ਦਾ ਆਮ ਜਨਤਾ ਨੂੰ ਅਤੇ ਜਿਹੜੇ ਕਾਨੂੰਨ ਦੇ ਬਿਹਾਫ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਉਹਨਾਂ ਨੂੰ ਕਿਤੇ ਨਾ ਕਿਤੇ ਫਾਇਦਾ ਵੀ ਹੋ ਸਕੇ? ਬਿਲਕੁਲ ਜੀ। ਇਹ ਅੱਜ ਦੀ ਆਪਣੀ ਗੱਲਬਾਤ ਸੁਣ ਕੇ ਤੁਹਾਡੇ ਲੱਖਾਂ ਦੀ ਤਾਦਾਦ 'ਚ ਇਸ ਵੇਲੇ ਜਿਹੜੇ ਸਰੋਤੇ ਸਾਰੀ ਦੁਨੀਆ 'ਚ ਤੁਹਾਨੂੰ ਵੇਖ ਰਹੇ ਆ, ਉਹਨਾਂ ਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਵੀ ਹੁਣ ਤਾਂ ਮੌਜਾਂ ਹੀ ਲੱਗ ਗਈਆਂ, ਹੁਣ ਤਾਂ ਸ਼ਰਾਬ ਪੀ ਕੇ ਆਪਾਂ ਫੱਟੇ ਚੱਕ ਦਿੰਦੇ ਹਾਂ। ਜੇ ਤੁਸੀਂ ਸ਼ਰਾਬ ਪੀ ਕੇ ਕੋਈ ਇਹੋ ਜਿਹੀ ਗਲਤ ਹਰਕਤ ਕਰਦੇ ਹੋ, ਇਹੋ ਜਿਹੀ ਗਲਤ ਐਕਟੀਵਿਟੀ 'ਚ ਇਨਵੋਲਵ ਹੁੰਦੇ ਹੋ ਤਾਂ ਸਾਰਿਆਂ ਨਾਲੋਂ ਪਹਿਲਾਂ ਤੁਹਾਨੂੰ ਇਹ ਪ੍ਰੂਵ ਕਰਨਾ ਪਊਗਾ ਕਿ ਵੀ ਜਿਹੜੀ ਤੁਹਾਡੀ ਸ਼ਰਾਬ ਦੀ ਮਾਤਰਾ ਤੁਸੀਂ ਕੰਜ਼ਿਊਮ ਕੀਤੀ ਉਹ ਇੰਨੀ ਜ਼ਿਆਦਾ ਸੀ ਕਿ ਵੀ ਤੁਹਾਡਾ ਜਿਹੜਾ ਦਿਮਾਗ ਹੈ ਕੰਮ ਹੀ ਕਰਨਾ ਬੰਦ ਕਰ ਗਿਆ। ਕਿ ਵੀ ਤੁਹਾਡੀ ਸ਼ਰਾਬ ਦੀ ਜਿਹੜੀ ਕੰਜ਼ੰਪਸ਼ਨ ਸੀ ਉਹ ਇਸ ਲੈਵਲ 'ਤੇ ਸੀਗੀ ਕਿ ਵੀ ਤੁਹਾਨੂੰ ਪਤਾ ਹੀ ਨਹੀਂ ਸੀ ਵੀ ਤੁਸੀਂ ਕੀ ਕਰ ਰਹੇ ਹੋ, ਕੀ ਨਹੀਂ ਕਰ ਰਹੇ। ਤੁਹਾਡੀ ਬਾਡੀ ਦੀ ਹਰਕਤਾਂ ਕਰ ਰਹੀ ਹੈ ਪਰ ਤੁਹਾਡਾ ਜਿਹੜਾ ਦਿਮਾਗ ਆ ਉਹ ਬਾਡੀ ਨੂੰ ਸਿਗਨਲ ਨਹੀਂ ਭੇਜ ਰਿਹਾ ਜਾਂ ਤੁਹਾਡੀ ਇੰਟੈਂਸ਼ਨ ਫਾਰਮ ਨਹੀਂ ਹੋ ਰਹੀ। ਆਟੋਮੈਟਿਜ਼ਮ ਕਹਿੰਦੇ ਆ ਇਹਨਾਂ ਨੂੰ ਕਾਨੂੰਨੀ ਭਾਸ਼ਾ 'ਚ। ਅਤੇ ਜੇ ਕੋਈ ਇਹੋ ਜਿਹੀ ਹਾਲਤ ਹੈਗੀ ਆ ਤਾਂ ਤੁਹਾਨੂੰ ਚਾਹੇ ਤੋਂ ਵੱਡਾ ਵੀ ਜੁਰਮ ਹੋ ਗਿਆ ਤਾਂ ਤੁਸੀਂ ਡਿਫੈਂਸ ਪੱਖੋਂ ਵਰਤ ਸਕਦੇ ਹੋ, ਪਰ ਇਹਨੂੰ ਪ੍ਰੂਵ ਕਰਨਾ ਇੰਨਾ ਸੌਖਾ ਨਹੀਂ ਹੋਣਾ। ਇਹ ਬਹੁਤ ਘੱਟ ਮਾਤਰਾ 'ਚ ਕੇਸਾਂ 'ਚ ਇਹ ਹੋਊਗਾ ਜੀ। ਜਿਹੜਾ ਵੀ ਸੰਬੰਧਿਤ ਦੋਸ਼ੀ ਇਹ ਡਿਫੈਂਸ ਪੇਸ਼ ਕਰਨ ਦੀ ਕੋਸ਼ਿਸ਼ ਕਰੂਗਾ
ਉਹਦੀ ਕੱਲੀ ਆਪਣੀ ਗਵਾਹੀ 'ਤੇ ਵਿਸ਼ਵਾਸ ਨਹੀਂ ਕੀਤਾ ਜਾਊਗਾ, ਉਹਨੂੰ ਮਾਹਰ ਐਕਸਪਰਟ ਕਰਨੇ ਪੈਣਗੇ, ਹਾਇਰ ਕਰਨੇ ਪੈਣਗੇ, ਟੌਕਸੀਕੋਲੋਜਿਸਟ ਕਰਨੇ ਪੈਣਗੇ, ਉਹ ਜਿਹੜੇ ਕੋਰਟ ਕਚਹਿਰੀ 'ਚ ਆ ਕੇ ਦੱਸਣਗੇ ਕਿ ਵੀ ਜੇ ਇਸ ਬੰਦੇ ਦਾ ਜਿਹੜਾ ਬਲੱਡ ਸੈਂਪਲ ਹੈ, ਜੇ ਬਲੱਡ ਸੈਂਪਲ ਦੇ ਮੁਤਾਬਿਕ ਇਹਦੇ 'ਚ ਜਿਹੜੀ ਇਹਦੇ ਖੂਨ ਵਿੱਚ ਸ਼ਰਾਬ ਦੀ ਮਾਤਰਾ ਇੰਨੀ ਹੈ ਕਿ ਵੀ ਆਮ ਬੰਦਾ ਜਿਹੜਾ ਹੈ ਉਹ ਉਹਦੀ ਜਿਹੜੀ ਸੋਚਣ ਦੀ ਸ਼ਕਤੀ ਹੈ ਉਹ ਉਹਦੇ ਉੱਪਰ ਫਰਕ ਪੈ ਸਕਦਾ। ਅਤੇ ਇਹ ਇੰਨਾ ਸੌਖਾ ਨਹੀਂ ਹੋਣਾ, ਪਰ ਯੈਸ ਸੁਪਰੀਮ ਕੋਰਟ ਨੇ ਦੁਬਾਰਾ ਤੋਂ ਇੱਕ ਵਾਰ ਰਾਹ ਜ਼ਰੂਰ ਖੋਲ੍ਹ ਦਿੱਤਾ। ਇਹ ਉਹਨਾਂ ਨੇ ਤਾਂ ਖੋਲ੍ਹਿਆ ਕਿਉਂਕਿ ਦੋ ਚੀਜ਼ਾਂ ਹੁੰਦੀਆਂ ਜੀ, ਸਰਕਾਰਾਂ ਨੇ ਆਪਣਾ ਕੰਮ ਕਰਨਾ, ਕੋਰਟ ਕਚਹਿਰੀਆਂ ਨੇ ਆਪਣਾ ਕੰਮ ਕਰਨਾ, ਦੋਨਾਂ 'ਚ ਆਪਸ 'ਚ ਬਖਰੇਵਾਂ ਹੈ। ਸਰਕਾਰ ਨੇ ਲੋਕਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣੇ ਹੈ, ਕੋਰਟ ਕਚਹਿਰੀਆਂ ਨੇ ਉਹਨਾਂ ਕਾਨੂੰਨ ਨੂੰ ਅੰਜਾਮ ਦੇਣਾ, ਉਹਨਾਂ ਨੂੰ ਇੰਟਰਪ੍ਰੈਟ ਕਰਨਾ। ਸੋ ਸੁਪਰੀਮ ਕੋਰਟ ਨੇ ਜੋ ਇਸ ਵੇਲੇ ਕੀਤਾ, ਕਈ ਲੋਕੀ ਸਮਝਦੇ ਆ ਕਿ ਵੀ ਹੁਣ ਲੋਕਾਂ ਨੂੰ ਲਾਇਸੈਂਸ ਮਿਲ ਗਿਆ ਕਾਨੂੰਨ ਤੋੜਨ ਦਾ ਸ਼ਰਾਬ ਪੀ ਕੇ, ਇਹ ਬਿਲਕੁਲ ਗਲਤ ਸੋਚ ਹੈ ਜੀ। ਉਹਨਾਂ ਨੇ ਜੋ ਕੀਤਾ ਉਹ ਸਹੀ ਕੀਤਾ। ਉਹ ਸਹੀ ਇਸ ਕਰਕੇ ਕੀਤਾ ਕਿ ਵੀ ਜਿਹੜੀ ਓਰੀਜਨਲ ਡਰਾਫਟਿੰਗ ਹੋਈ ਸੀ ਸੈਕਸ਼ਨ 33 ਦੀ, ਉਸ ਵੇਲੇ ਵੀ ਸਾਰੇ ਵਕੀਲਾਂ ਨੇ ਇਸ ਗੱਲ 'ਤੇ ਪੂਰਾ ਆਪਣਾ ਕੰਸਰਨ ਜ਼ਾਹਰ ਕੀਤਾ ਸੀਗਾ ਕਿ ਵੀ ਉਹ ਜਿਹੜੀ ਡਰਾਫਟਿੰਗ ਆ ਉਹ ਗਲਤ ਹੋਈ ਹੈ। ਅਤੇ ਤੁਸੀਂ ਸਾਰੀ ਕਮਿਊਨਿਟੀ ਨੂੰ, ਸਾਰੀ ਦੁਨੀਆ ਨੂੰ ਇੱਕ ਪੇਂਟ ਬਰੱਸ਼ ਨਾਲ ਤੁਸੀਂ ਪੇਂਟ ਨਹੀਂ ਕਰ ਸਕਦੇ, ਬਿਕੋਜ਼ ਐਵਰੀ ਫੈਕਟ ਪੈਟਰਨ ਇਜ਼ ਡਿਫਰੈਂਟ। ਬ੍ਰਿਜਮੋਹਨ ਜੀ, ਹੁਣ ਇਹ ਉਹਨਾਂ ਲੋਕਾਂ ਵਾਸਤੇ ਅਸੀਂ ਕਿਵੇਂ ਦੀ ਖਬਰ ਮੰਨੀਏ ਜਿਹੜੇ ਕਿ ਹਰ ਵਾਰੀ ਕੋਈ ਗੁਨਾਹ ਕਰਨ ਤੋਂ ਬਾਅਦ ਹਵਾਲਾ ਦੇ ਦਿੰਦੇ ਨੇ ਦਾਰੂ ਦਾ ਜਾਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ? ਸੋ ਉਹਨਾਂ ਵਾਸਤੇ ਕਿਵੇਂ ਦੀ ਖਬਰ ਮੰਨੀ ਜਾ ਰਹੀ ਹੈ? ਕੀ ਉਹ ਇਸ ਤੋਂ ਚਿੰਤਾਜਨਕ ਹੋਣ ਜਾਂ ਫਿਰ ਉਹ ਰਾਹਤ ਮਹਿਸੂਸ ਕਰਨ ਕਿ ਕੋਈ ਨਹੀਂ, ਅਮੈਂਡਮੈਂਟ ਹੋ ਗਈਆਂ ਤਾਂ ਕਿਤੇ ਨਾ ਕਿਤੇ ਉਹ ਫਿਰ ਵੀ ਬਚ ਜਾਣਗੇ? ਇੱਕ ਵਕੀਲ ਦੇ ਤੌਰ 'ਤੇ ਤੁਹਾਨੂੰ ਕੀ ਲੱਗਦਾ? ਇੱਕ ਵਕੀਲ ਦੇ ਤੌਰ 'ਤੇ ਤਾਂ ਜੀ ਮੈਂ ਇਹੀ ਕਹੂੰਗਾ ਕਿ ਵੀ ਜੇ ਤੁਸੀਂ ਕੋਈ ਗਲਤ ਕਾਰਾ ਕੀਤਾ, ਤੁਹਾਨੂੰ ਪਛਤਾਉਣਾ ਚਾਹੀਦਾ, ਤੁਹਾਨੂੰ ਉਸ ਚੀਜ਼ ਦਾ ਅਫਸੋਸ ਹੋਣਾ ਚਾਹੀਦਾ। ਪਰ ਨਾਲ ਹੀ ਨਾਲ ਜੇ ਤੁਸੀਂ ਕੋਈ ਗਲਤ ਕਾਰਾ ਕੀਤਾ ਪਰ ਤੁਹਾਡਾ ਗਲਤ ਕਾਰਾ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ, ਫਿਰ ਤੁਸੀਂ ਕਾਨੂੰਨ ਦੀਆਂ ਨਜ਼ਰਾਂ 'ਚ ਨਾਟ ਗਿਲਟੀ ਪਾਏ ਜਾ ਸਕਦੇ ਹੋ, ਬੇਕਸੂਰ ਪਾਏ ਜਾ ਸਕਦੇ ਹੋ। ਪਰ ਇਹ ਇੰਨਾ ਸੌਖਾ ਵੀ ਨਹੀਂ। ਇਹਦੇ ਲਈ ਤੁਹਾਨੂੰ ਮਾਹਰ ਵਕੀਲ ਕਰਨੇ ਪੈਣੇ ਜਿਨ੍ਹਾਂ ਨੂੰ ਇਸ ਬਾਰੇ ਪੂਰਾ ਪਤਾ ਹੈ ਵੀ ਕੋਰਟ ਕਚਹਿਰੀਆਂ ਵਿੱਚ ਜਿਹੜੇ ਤੁਹਾਡੇ ਤੱਥ, ਤੁਹਾਡੇ ਫੈਕਟਸ ਨੂੰ ਕਿਵੇਂ ਪੇਸ਼ ਕਰਨਾ ਹੈ ਤਾਂ ਕਿ ਤੁਹਾਨੂੰ ਇਨਸਾਫ ਮਿਲ ਸਕੇ। ਇੱਕ ਤਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਰਕਾਰ ਤੇ ਅਦਾਲਤਾਂ ਦੇ ਵਿੱਚ ਹਮੇਸ਼ਾ ਜਿਹੜਾ ਉਹ ਵਖਰੇਵਾਂ ਰਹਿੰਦਾ ਹੀ ਹੈ। ਬਤੌਰ ਇੱਕ ਵਕੀਲ ਹੋਣ ਦੇ ਨਾਤੇ ਬ੍ਰਿਜਮੋਹਨ ਜੀ, ਤੁਸੀਂ ਆਮ ਜਨਤਾ ਨੂੰ ਇਸ ਲਈ ਕੀ ਸੁਜੈਸ਼ਨ ਦੇਣਾ ਚਾਹੋਗੇ? ਕੀ ਤੁਹਾਡੀ ਸਲਾਹ ਹੈ? ਕਿਉਂਕਿ ਇੱਕ ਆਮ ਤੌਰ 'ਤੇ ਵਕੀਲ ਇੱਕ ਬਹੁਤ ਵੱਡਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਅਦਾਰਾ ਹੁੰਦੇ ਨੇ ਜਿਨ੍ਹਾਂ ਦੀ ਸੋਚ ਸਮਝ ਇੱਦਾਂ ਦੇ ਮਾਮਲਿਆਂ ਦੇ ਉੱਤੇ ਬਿਲਕੁਲ ਹੀ ਡਿਫਰੈਂਟ ਹੁੰਦੀ ਹੈ ਅਤੇ ਜਿਹੜੇ ਇਸ ਚੀਜ਼ ਨੂੰ ਕਿਸੇ ਮੁਕਾਮ ਤੱਕ ਪਹੁੰਚਾਉਣ ਦੀ ਹਮੇਸ਼ਾ ਕੋਸ਼ਿਸ਼ ਵੀ ਕਰਦੇ ਨੇ। ਤੁਸੀਂ ਇਸ ਮੁਤਲਕ ਕੀ ਸੋਚਦੇ ਹੋ? ਮੈਂ ਤਾਂ ਜੀ ਇਹ ਕਹੂੰਗਾ ਕਿ ਵੀ ਜਿੰਨਾ ਹੋ ਸਕੇ ਸ਼ਰਾਬ ਜਾਂ ਡਰੱਗਸ ਤੋਂ ਦੂਰ ਰਹੋ। ਜੇ ਤੁਸੀਂ ਸ਼ਰਾਬ ਵਗੈਰਾ ਦਾ ਸੇਵਨ ਵੀ ਕਰਦੇ ਹੋ ਤਾਂ ਉਹ ਆਪਣੀ ਇੰਜੋਇਮੈਂਟ ਲਈ ਕਰੋ, ਨਾ ਕਿ ਕਿਸੇ ਦੀ ਜ਼ਿੰਦਗੀ ਤਬਾਹ ਕਰਨ ਲਈ। ਸੋ ਪਰ ਖੁਦਾ ਨਾ ਖਾਸਤਾ ਜੇ ਤੁਹਾਡੇ ਤੋਂ ਕਦੇ ਕੋਈ ਗਲਤੀ ਹੋ ਵੀ ਗਈ ਹੈ ਤਾਂ ਜੇ ਤੁਸੀਂ ਜਾਣਬੁੱਝ ਕੇ ਨਹੀਂ ਕੀਤੀ ਤਾਂ ਤੁਸੀਂ ਡੈਫੀਨੇਟਲੀ ਕੋਰਟ ਕਚਹਿਰੀ ਵਿੱਚ ਆਪਣਾ ਪੱਖ ਪੇਸ਼ ਕਰ ਸਕਦੇ ਹੋ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਵੀ ਦੋ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਹੈ, ਗਿਲਟੀ ਐਕਟ ਅਤੇ ਗਿਲਟੀ ਮਾਈਂਡ। ਜੇ ਤੁਹਾਡਾ ਗਿਲਟੀ ਮਾਈਂਡ ਨਹੀਂ ਹੈ ਪਰ ਜੇ ਤੁਹਾਡੇ ਤੋਂ ਕੋਈ ਵੱਡੇ ਤੋਂ ਵੱਡਾ ਕੋਈ ਜ਼ੁਰਮ ਵੀ ਹੋ ਗਿਆ ਤਾਂ ਹੋ ਸਕਦਾ ਵੀ ਤੁਸੀਂ ਵਧੀਆ ਵਕੀਲ ਕਰਕੇ ਕੋਰਟ ਕਚਹਿਰੀ 'ਚੋਂ ਬਚ ਸਕੋ ਜੀ। ਇੱਕ ਆਖਰੀ ਸਵਾਲ ਹੈ, ਕਈ ਵਾਰੀ ਗੁਨਾਹ ਕਰਨ ਵਾਲੇ ਨੂੰ ਇਹ ਬੜਾ ਹੁੰਦਾ ਕਿ ਕੋਈ ਗੱਲ ਨਹੀਂ, ਮੇਰਾ ਵਕੀਲ ਮੈਨੂੰ ਬਚਾ ਲੂਗਾ। ਸੋ ਇਸ ਗੱਲ ਦੇ ਉੱਤੇ ਕੀ ਕਹਿਣਾ ਚਾਹੋਗੇ? ਵਕੀਲ ਤੁਹਾਡੇ ਜਿਹੜੇ ਫੈਕਟਸ ਆ ਉਹਨਾਂ ਨੂੰ ਵਧੀਆ ਤਰੀਕੇ ਨਾਲ ਕੋਰਟ 'ਚ ਪੇਸ਼ ਕਰਨ ਲਈ ਉਹਨਾਂ ਦੀ ਮਾਹਰਤਾ ਹੁੰਦੀ ਹੈ ਜੀ। ਵਕੀਲ ਤੁਹਾਡਾ ਮੁਕੱਦਰ ਨਹੀਂ ਬਦਲ ਸਕਦੇ। ਜੇ ਤੁਸੀਂ ਮਾੜਾ ਕਾਰਾ ਕੀਤਾ ਤਾਂ ਉਹਦਾ ਅੰਜਾਮ ਵੀ ਮਾੜਾ ਹੀ ਹੋਣਾ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਵੀ ਜੇ ਕਿਤੇ ਭੁਲੇਖੇ 'ਚ ਗਲਤੀ ਹੋ ਗਈ ਜਾਂ ਅਣਜਾਣੇ 'ਚ ਕੋਈ ਗਲਤੀ ਹੋ ਗਈ ਪਰ ਤੁਹਾਡਾ ਗਲਤ ਕੰਮ ਕਰਨ ਦਾ ਕੋਈ ਇਰਾਦਾ ਨਹੀਂ ਸੀਗਾ, ਤਾਂ ਮੇਰਾ ਖਿਆਲ ਹੈ ਕਿ ਵੀ ਕੈਨੇਡਾ ਵਿੱਚ ਸਾਰੇ ਜੂਰਿਸਡਿਕਸ਼ਨ, ਚਾਹੇ ਆਪਾਂ ਟੋਰਾਂਟੋ ਦੀ ਗੱਲ ਕਰ ਲਈਏ, ਐਡਮਿੰਟਨ ਦੀ ਕਰ ਲਈਏ, ਕੈਲਗਰੀ ਦੀ ਕਰ ਲਈਏ ਜਾਂ ਵੈਂਕੂਵਰ ਦੀ ਕਰ ਲਈਏ, ਮੋਸਟ ਆਫ ਦਾ ਜੱਜਿਸ ਤੁਹਾਨੂੰ ਬੈਨੀਫਿਟ ਆਫ ਡਾਊਟ ਦੇਣਗੇ ਜੀ।